ਸਤਿ ਸ਼੍ਰੀ ਅਕਾਲ ਵੀਰੋ, ਤੁਸੀਂ ਵੇਖ ਰਹੇ ਹੋ ਵਰਲਡ ਮੀਡੀਆ USA। ਕਿ ਲੰਗਰ ਨਹੀਂ ਬੰਦ ਹੋਣੇ ਚਾਹੀਦੇ ਤੇ ਲੰਗਰ ਨਾ ਹੀ ਕੋਈ ਬੰਦ ਕਰਵਾ ਸਕਦਾ ਤੇ ਨਾ ਹੀ ਬੰਦ ਹੋਣਗੇ। ਕਿਸਾਨ ਸੰਘਰਸ਼ ਕਰ ਰਹੇ ਨੇ। ਮੈਂ ਬਾਰ-ਬਾਰ ਇਹ ਮੈਸੇਜ ਇਸ ਲਈ ਦੇ ਰਿਹਾ ਹਾਂ ਕਿ ਅੱਜ ਸਾਨੂੰ ਇਕਜੁੱਟ ਹੋਣ ਦੀ ਲੋੜ ਹੈ। 26 ਜਨਵਰੀ ਤੋਂ ਬਾਅਦ ਜਿਵੇਂ ਜੋ ਹੋਇਆ, ਕਹਿੰਦੇ ਜਿੰਨੇ ਸਿਰ ਦੇ ਵਾਲ ਹੁੰਦੇ ਆਪਾਂ ਗਿਣ ਨਹੀਂ ਸਕਦੇ ਉਹਨੇ ਕ ਟਰੈਕਟਰ। ਸਤਿ ਸ਼੍ਰੀ ਅਕਾਲ ਵੀਰੋ, ਤੁਸੀਂ ਵੇਖ ਰਹੇ ਹੋ ਵਰਲਡ ਮੀਡੀਆ USA। ਮੈਂ ਮਨੋਜ ਬਾਵਾ। ਅੱਜ ਅਸੀਂ ਤੁਹਾਨੂੰ ਪਾਣੀਪਤ ਲੈ ਕੇ ਆਏ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੋ, ਪਿਛਲੇ ਕਾਫੀ ਟਾਈਮ ਤੋਂ ਜੋ ਭਾਰਤ ਦੇ ਵਿੱਚ ਕਿਸਾਨੀ ਸੰਘਰਸ਼ ਨੂੰ ਲੈ ਕੇ, ਕਿਸਾਨੀ ਬਿੱਲਾਂ ਨੂੰ ਲੈ ਕੇ ਕਿਸਾਨ ਸੰਘਰਸ਼ ਕਰ ਰਹੇ ਨੇ। ਦਿੱਲੀ ਬਾਰਡਰ ਤੇ ਆਲ ਓਵਰ ਇੰਡੀਆ ਦੇ ਵਿੱਚ ਹੁੰਗਾਰਾ ਮਿਲ ਰਿਹਾ ਹੈ ਕਿਸਾਨੀ ਏਕਤਾ ਨੂੰ। ਤੇ ਅੱਜ 26 ਜਨਵਰੀ ਤੋਂ ਬਾਅਦ ਜਿਵੇਂ ਜੋ ਹੋਇਆ, ਉਸ ਤੋਂ ਬਾਅਦ ਮਾਹੌਲ ਬਹੁਤ ਜ਼ਿਆਦਾ ਵਿਗੜ ਗਿਆ। ਜਿਵੇਂ ਕਿ ਸਿੰਘੂ ਬਾਰਡਰ ਤੋਂ ਵੀ, ਹਰਿਆਣਾ 'ਚ ਵੀ, ਪੰਜਾਬ 'ਚ ਵੀ। ਤੇ ਕੱਲ ਤੱਕ ਜਿਵੇਂ ਖਬਰਾਂ ਆਈਆਂ ਕਿ ਭਾਰਤੀ ਸਰਕਾਰ ਨੇ ਨੈੱਟ ਨੂੰ ਵੀ ਬੰਦ ਕਰ ਦਿੱਤਾ ਗਿਆ। GT ਰੋਡ ਬੈਲਟ ਤੇ ਕਰਨਾਲ, ਪਾਣੀਪਤ, ਸੋਨੀਪਤ, ਦਿੱਲੀ ਦੇ ਵੀ ਕੁਝ ਏਰੀਆ ਦੇ ਵਿੱਚ ਨੈੱਟ ਨੂੰ ਬੰਦ ਕਰ ਦਿੱਤਾ ਗਿਆ। ਕੀ ਕਾਰਨ ਸੀ ਨੈੱਟ ਨੂੰ ਬੰਦ ਕਰਨ ਦਾ? ਤੇ ਕੱਲ ਇੱਥੇ ਪਾਣੀਪਤ ਵੀ, ਕਰਨਾਲ ਵੀ 3 ਤੋਂ 4,000 5,000 ਪੁਲਿਸ ਵੱਲ ਹਰਿਆਣਾ ਗਵਰਨਮੈਂਟ ਨੇ ਤੈਨਾਤ ਕੀਤੇ ਟੋਲ ਟੈਕਸ ਤੇ। ਉਹ ਵੀ ਕਿਉਂ, ਕੀ ਕਾਰਨ ਐਸਾ ਰਿਹਾ ਕਿ ਉਹਨਾਂ ਨੂੰ ਕਿਉਂ ਐਸਾ ਕਰਨਾ ਪਿਆ? ਤੇ ਇੱਥੇ ਜਿਹੜੇ ਲੰਗਰ ਸੇਵਾ ਸੀ ਉਹ ਵੀ ਪੁਲਿਸ ਨੇ ਆ ਕੇ ਬੰਦ ਕਰਾਈ, ਟੋਲ ਟੈਕਸ ਵੀ ਚਾਲੂ ਕਰਾ ਦਿੱਤੇ ਸੀ। ਪਰ ਫਿਰ ਤੋਂ ਇੱਥੋਂ ਕਿਸਾਨ ਭਾਈਚਾਰਾ ਇਕੱਠਾ ਹੋਇਆ, ਹਰਿਆਣੇ ਦੇ ਕਿਸਾਨ ਇਕੱਠੇ ਹੋਏ, ਪੰਜਾਬ ਦੇ ਇਕੱਠੇ ਹੋਏ ਤੇ ਉਹਨਾਂ ਨੇ ਮੁੜ ਲੰਗਰ ਚਾਲੂ ਕਰਵਾਏ, ਲੰਗਰ ਦੀ ਸੇਵਾ ਚਾਲੂ ਕਰਵਾਈ ਤੇ ਟੋਲ ਟੈਕਸ ਵੀ ਬੰਦ ਕਰਵਾਏ। ਅੱਜ ਆਪਣੇ ਨਾਲ ਹਰਿਆਣਾ ਤੋਂ ਹਰਜੀਤ ਸਿੰਘ ਜੀ ਜੁੜੇ ਨੇ ਤੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਮੇਰੇ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਪਤਾ ਹੈ ਕਿ ਹਰਿਆਣਾ ਦੇ ਔਰ ਪੰਜਾਬ ਦੇ ਪੂਰੇ ਦੇਸ਼ ਦੇ ਵਿੱਚ ਜਿਹੜਾ ਕਿਸਾਨੀ ਅੰਦੋਲਨ ਉਹ ਚੱਲ ਰਿਹਾ ਹੈ। ਇਸ ਤੋਂ ਰਿਲੇਟਡ ਕੱਲ ਜਿਹੜੀ ਪਰਸੋਂ ਰਾਤ ਹਰਿਆਣਾ ਸਰਕਾਰ ਨੇ ਪੂਰੇ ਹਰਿਆਣਾ ਦੇ ਵਿੱਚ ਜੋ ਲੰਗਰ ਚੱਲ ਰਹੇ ਸਨ GT ਰੋਡ ਦੇ ਉੱਤੇ, ਉਹ ਲੰਗਰ ਬੰਦ ਕਰਵਾ ਦਿੱਤੇ ਗਏ ਸਨ ਹਰਿਆਣਾ ਸਰਕਾਰ ਵੱਲੋਂ, ਪ੍ਰਸ਼ਾਸਨ ਦੀ ਅਗਵਾਈ ਦੇ ਵਿੱਚ। ਸੋ ਉਹਦਾ ਡਟ ਕੇ ਵਿਰੋਧ ਪੂਰੇ ਹਰਿਆਣਾ ਦੇ ਜਥੇਬੰਦੀ ਵੱਲੋਂ ਕੀਤਾ ਗਿਆ, ਤਾਂ ਕਿ ਜਿਹੜੇ ਗੁਰੂ ਦੇ ਲੰਗਰ ਉਹ ਇਕੱਲੇ ਇੱਕ ਸਮਾਜ ਦੇ ਲੰਗਰ ਨਹੀਂ, ਉਹ ਪੂਰੇ ਸਮਾਜ, ਪੂਰੀ ਇੱਕ ਸੰਸਥਾ ਦਾ ਲੰਗਰ ਨਹੀਂ ਸੀ, ਉਹ ਪੂਰੇ ਸਮਾਜ ਦਾ ਲੰਗਰ ਸੀ, ਜਿੱਥੋਂ ਗਰੀਬ ਵੀ ਛਕ ਰਿਹਾ ਸੀਗਾ ਤੇ ਹਰ ਕੋਈ ਭਾਈਚਾਰਾ ਉੱਥੋਂ ਲੰਗਰ ਛਕ ਕੇ ਦਿੱਲੀ ਵੱਲ ਨੂੰ ਜਿਹੜਾ ਕੂਚ ਕਰ ਰਿਹਾ ਸੀ। ਮੈਂ ਇਹ ਜਿਹੜੀ ਹਰਿਆਣਾ ਸਰਕਾਰ ਨੇ ਇਹ ਚੀਜ਼ ਕੀਤੀ ਹੈ, ਮੈਂ ਉਹ ਨਿੰਦਕਯੋਗ ਹੈ, ਕਿਉਂਕਿ ਇਹ ਜਿਹੜੇ ਲੰਗਰ ਆ ਗੁਰੂ ਨਾਨਕ ਦੇ ਲੰਗਰ ਆ। ਗੁਰੂ ਨਾਨਕ ਦੇ ਲੰਗਰ 20 ਰੁਪਏ ਤੋਂ ਚੱਲੇ ਸੀਗੇ, ਜੋ ਅੱਜ ਲੱਖਾਂ ਰੁਪਏ ਤੱਕ ਪਹੁੰਚ ਗਿਆ। ਉਹ ਲੰਗਰ ਫ੍ਰੀ ਆਫ ਕੋਸਟ ਸਾਰੀ ਦੁਨੀਆ ਦੇ ਵਿੱਚ ਚਲਾਏ ਜਾ ਰਹੇ ਆ। ਸੋ ਮੈਂ ਹਰਿਆਣਾ ਸਰਕਾਰ ਨੂੰ ਨਿੰਦਕਯੋਗ ਇਸ ਲਈ ਕਹਾਂਗਾ ਕਿਉਂਕਿ ਜਿਹੜੇ ਗੁਰੂ ਨਾਨਕ ਦੇ ਲੰਗਰ ਉਹਨਾਂ ਨੇ ਬੰਦ ਕਰਵਾਏ ਸੀ ਨਾ, ਉਹ ਕੋਈ ਚੰਗੀ ਗੱਲ ਨਹੀਂ ਕੀਤੀ। ਉਹਨਾਂ ਨੇ ਸਾਡੇ ਭਾਈਚਾਰੇ ਨੂੰ ਤੋੜਨੇ ਦੀ ਇੱਕ ਜਿਹੜੀ ਯੁਕਤ ਬਣਾਈ ਹੋਈ ਸੀ, ਉਹਨਾਂ ਦੀ ਉਹ ਜਿਹੜੀ ਯੁਕਤ ਕਾਮਯਾਬ ਨਹੀਂ ਹੋਈ। ਕੱਲ ਇੱਥੇ ਟੋਲ ਪਲਾਜ਼ਾ, ਜਿਹੜੇ ਬਸਤਾੜਾ ਟੋਲ ਪਲਾਜ਼ਾ ਸੀਗਾ, ਪਾਣੀਪਤ ਟੋਲ ਪਲਾਜ਼ਾ ਸੀਗਾ, ਉਹ ਵੀ ਗਵਰਨਮੈਂਟ ਵੱਲੋਂ ਬੰਦ ਕਰਵਾ ਦਿੱਤੇ ਗਏ ਸਨ। ਚਾਲੂ ਕਰਵਾਏ ਸਨ ਕਿ ਇੱਥੇ ਜਿਹੜਾ ਸਰਵਿਸ ਦੀ ਜਿਹੜੀ ਉਹਨਾਂ ਦੀ ਲੱਗਦੀ ਸੀਗੀ। ਬਟ ਹੁਣ ਮੈਂ ਸਾਰਿਆਂ ਨੂੰ ਇਹੀ ਦੱਸਣਾ ਚਾਹੁੰਦਾ ਕਿ ਅੱਜ ਤੁਸੀਂ ਵੇਖ ਸਕਦੇ ਹੋ ਕਿ ਹਰਿਆਣਾ ਦੇ ਵਿੱਚ ਜਿੰਨੇ ਵੀ ਲੰਗਰ ਆ ਉਸੇ ਤਰ੍ਹਾਂ ਚੱਲ ਰਹੇ ਆ ਔਰ ਉਦੋਂ ਤੱਕ ਚੱਲਦੇ ਰਹਿਣਗੇ ਜਦ ਤੱਕ ਇਹ ਕਿਸਾਨੀ ਅੰਦੋਲਨ ਚੱਲਦਾ ਰਹੂਗਾ। ਸੋ ਮੇਰੀ ਇਹੀ ਅਪੀਲ ਆ ਕਿ ਨੌਜਵਾਨ ਵੱਧ ਤੋਂ ਵੱਧ ਜੁੜੋ ਤੇ ਵੱਧ ਤੋਂ ਵੱਧ ਦਿੱਲੀ ਵੱਲ ਨੂੰ ਕੂਚ ਕਰੋ। ਅੱਜ ਸਾਨੂੰ ਇਕਜੁੱਟ ਹੋਣ ਦੀ ਲੋੜ ਆ। ਇਕਜੁੱਟ ਹੋ ਕੇ ਹੀ ਆਪਾਂ ਇਸ ਜਿਹੜੀ ਆ 3 ਕਾਨੂੰਨ ਨੂੰ ਰੱਦ ਕਰਵਾ ਕੇ ਫਤਿਹ ਕਰ ਸਕਦੇ ਹਾਂ। ਤੇ ਕੱਲ ਇੱਥੇ ਜਿਹੜਾ ਪਾਣੀਪਤ ਟੋਲ ਟੈਕਸ ਤੇ ਜੋ ਲੰਗਰ ਸੇਵਾ ਜਿਹੜੀ ਹੋ ਰਹੀ ਸੀ ਉਹਨੂੰ ਬੰਦ ਕਰਵਾਇਆ ਗਿਆ, ਉਹ ਕੌਣ ਲੋਕ ਸੀ ਤੇ ਕੀ ਕਦੋਂ ਆਏ ਸੀ? ਭਾਜੀ ਪਰਸੋਂ ਰਾਤ 8 ਵਜੇ ਦੀ ਗੱਲ ਆ। 8 ਵਜੇ ਜਿਹੜੇ ਹਰਿਆਣਾ ਪੁਲਿਸ ਜਿਹੜੀ ਆਈ ਸੀਗੀ ਟੋਲ ਪਲਾਜ਼ਾ ਦੇ ਉੱਤੇ, ਉਹਨਾਂ ਵੱਲੋਂ ਹੁਕਮ ਦਿੱਤੇ ਗਏ ਸਨ ਕਿ ਜਿਹੜੇ ਆ ਟੋਲ ਪਲਾਜ਼ਾ ਦੇ ਉੱਤੇ ਲੰਗਰ ਚੱਲ ਰਹੇ ਇਹਨਾਂ ਨੂੰ ਬੰਦ ਕਰ ਦਿੱਤਾ ਜਾਵੇ। ਉਹਨਾਂ ਦਾ ਮੇਨ ਮੋਟਿਵ ਇਹ ਸੀਗਾ, ਉਹ ਵਿਖਾਉਣਾ ਚਾਹੁੰਦੇ ਸੀਗੇ ਕਿ ਜਿਹੜੇ ਆਪਣੇ ਲੰਗਰ ਆ ਇਹਨਾਂ ਨੂੰ ਬੰਦ ਕਰਵਾ ਦਾਂਗੇ ਤਾਂ ਕਿ ਲੋਕਾਂ ਨੂੰ ਸੰਦੇਸ਼ ਜਾ ਸਕੇ ਕਿ ਇਹ ਅੰਦੋਲਨ ਖਤਮ ਹੋ ਚੁੱਕਿਆ ਆ। ਉਹਨਾਂ ਦਾ ਮੇਨ ਮੋਟਿਵ ਸੀਗਾ, ਕਿਉਂਕਿ ਜੇ ਉਹ ਪਹਿਲਾਂ ਲੋਕਲਾਂ ਨੂੰ ਖਤਮ ਕਰਨਾ ਚਾਹੁੰਦੇ ਸੀ ਵੀ ਲੋਕਲ ਆਪਾਂ ਬੰਦ ਕਰ ਦਈਏ ਲੰਗਰ ਤੇ ਦਿੱਲੀ 'ਚ ਆਪਾਂ ਇਹ ਵਿਖਾ ਦਾਂਗੇ ਵੀ ਉੱਥੇ ਅੰਦੋਲਨ ਜਿਹੜਾ ਖਤਮ ਹੋ ਚੁੱਕਿਆ ਆ। ਕੀ ਤੁਸੀਂ ਕੀ ਵੇਖਦੇ ਜੇ? ਜਿਵੇਂ ਤੁਸੀਂ ਕੱਲ ਵੀ ਇੱਥੇ ਮੌਜੂਦ ਸੀਗੇ, ਤੁਸੀਂ 26 ਜਨਵਰੀ ਤੇ ਸਿੰਘੂ ਬਾਰਡਰ ਵੀ ਗਏ ਸੀ ਤੇ ਉਦੋਂ ਪਹਿਲਾਂ ਵੀ ਤੁਸੀਂ ਕਿਸਾਨੀ ਸੰਘਰਸ਼ ਦੇ ਨਾਲ ਜੇ, ਤੇ ਤੁਸੀਂ ਕੀ ਦੇਖਦੇ ਜੇ ਕਿ ਜਿਹੜਾ ਹਿੰਦੂ ਭਾਈਚਾਰਾ ਵਾ, ਸਿੱਖ ਭਾਈਚਾਰੇ ਨਾਲ ਜੋ ਹਰਿਆਣਾ ਤੇ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਕੀ 26 ਜਨਵਰੀ ਦੇ ਕੁਝ ਮਾਹੌਲ ਤੋਂ ਬਾਅਦ ਕੁਝ ਉਹਨਾਂ ਦੇ ਵਿੱਚ ਕੋਈ ਫਰਕ ਆਇਆ ਜਾਂ ਕੀ ਤੁਸੀਂ ਦੇਖਦੇ ਜੀ ਉਹਦੇ ਬਾਰੇ? ਭਾਜੀ
ਮੋਲ ਦੇ ਵਿੱਚ ਕੋਈ ਫਰਕ ਨਹੀਂ ਆਇਆ। ਮੇਰੀ ਜਿਹੜੀ ਸੋਚ ਆ, ਮੈਂ ਦੇਖ ਰਿਹਾ ਜਿੱਥੋਂ ਤੱਕ ਇਹਦੇ ਨਾਲ ਨਾ ਮੋਲ ਸਾਡਾ ਇਕਜੁੱਟ ਹੋ ਗਏ ਆ। ਹੋਰ ਜਿਹੜੇ ਟੁੱਟ ਗਏ ਸੀ ਨਾ ਸਾਡੇ ਨਾਲ ਇਕਜੁੱਟ ਹੋ ਗਏ ਆ। ਇਕਜੁੱਟ ਹੋ ਕੇ ਦੇਖੋ, ਤੁਸੀਂ ਵੇਖ ਸਕਦੇ ਹੋ ਕਿੰਨਾ ਕਾਫਲਾ ਜਿਹੜਾ ਦਿੱਲੀ ਵੱਲ ਨੂੰ ਜਾ ਰਿਹਾ। ਅੱਜ 800 ਟਰੈਲੀ ਦਾ ਕਾਫਲਾ ਸੀਗਾ ਮੋਹਾਲੀ ਤੋਂ ਚੱਲਿਆ ਆ ਸਵੇਰੇ, ਉਹ ਦਿੱਲੀ ਨੂੰ ਕੂਚ ਕਰ ਰਿਹਾ ਆ ਜੀ। ਹਾਂਜੀ, ਪਾਣੀਪਤ ਟੋਲ ਟੈਕਸ ਤੇ ਜਿਹੜੀ ਲੰਗਰ ਸੇਵਾ ਨੂੰ ਬੰਦ ਕਰਵਾਇਆ ਗਿਆ ਹਰਿਆਣਾ ਪੁਲਿਸ ਵੱਲੋਂ, ਤੇ ਟੋਲ ਟੈਕਸ ਵੀ ਚਾਲੂ ਕਰਵਾਏ ਗਏ, ਤੇ ਉਸ ਵੇਲੇ ਕਿੰਨੀ ਕੁ ਆਪਣੀ ਇੱਥੇ ਸੰਗਤ ਹੈਗੀ ਸੀ? ਭਾਜੀ ਕੱਲ ਜਿਹੜੀ ਪਰਸੋਂ ਰਾਤ ਜਿਹੜੇ ਲੰਗਰ ਬੰਦ ਕਰਵਾਏ ਗਏ ਸੀਗੇ ਗਵਰਨਮੈਂਟ ਵੱਲੋਂ, ਤੋਂ ਸਾਡੀ ਇੱਕ ਮੀਟਿੰਗ ਬੈਠੀ ਸੀ, ਜਿਹੜਾ ਆਪਾਂ ਸੁਨੇਹਾ ਜਿਹੜਾ ਸਾਰਿਆਂ ਤੱਕ ਪਹੁੰਚਾਇਆ ਸੀ। ਸਾਰੇ ਵੀਰ ਇੱਥੇ ਜਿਹੜੇ ਹਜ਼ਾਰਾਂ ਦੇ ਹਿਸਾਬ ਸਿਰ ਕੱਲ ਵੀਰ ਸੀਗੇ ਜਿਹੜੇ ਇਕੱਠੇ ਹੋਏ ਸੀ, ਉਹਦੇ ਵਿੱਚ ਸਾਡੇ ਨੌਜਵਾਨ ਸੀਗੇ, ਬਜ਼ੁਰਗ ਸੀਗੇ, ਬੱਚੇ ਵੀ ਸੀਗੇ ਇੱਥੋਂ ਤੱਕ, ਤੇ ਮਾਤਾਵਾਂ ਭੈਣਾਂ ਵੀ ਸਾਡੀਆਂ ਇੱਥੇ ਆਈਆਂ ਸਨ। ਸਾਰਿਆਂ ਨੇ ਮਿਲ ਕੇ ਇਹ ਲੰਗਰ ਚਾਲੂ ਕਰਵਾਏ ਆ, ਜੋ ਸਾਨੂੰ ਹੁਕਮ ਪਿੱਛੋਂ ਕਿਸਾਨ ਆਗੂਆਂ ਵੱਲੋਂ ਹੋਏ ਸੀਗੇ ਕਿ ਲੰਗਰ ਨਹੀਂ ਬੰਦ ਹੋਣੇ ਚਾਹੀਦੇ, ਤੇ ਲੰਗਰ ਨਾ ਹੀ ਕੋਈ ਬੰਦ ਕਰਵਾ ਸਕਦਾ ਤੇ ਨਾ ਹੀ ਬੰਦ ਹੋਣਗੇ। ਤੇ ਜਿਹੜਾ ਸਭ ਤੋਂ ਪਹਿਲਾਂ ਸਾਡੇ ਲੰਗਰ ਜਿਹੜੇ ਇੱਥੇ ਚਾਲੂ ਕਰਵਾਏ ਗਏ, ਉਸ ਤੋਂ ਬਾਅਦ ਜਿਹੜਾ ਸਾਨੂੰ ਹੁਕਮ ਹੋਇਆ ਸੀਗਾ, ਉਹ ਟੋਲ ਪਲਾਜ਼ਾ ਜਿਹੜੇ ਚਾਲੂ ਹੋ ਗਏ ਸੀ ਉਹਨਾਂ ਨੂੰ ਫੇਰ ਤੋਂ ਬੰਦ ਕਰਵਾਇਆ ਗਿਆ ਹੈ। ਬਟ ਇਹਨਾਂ ਨੇ ਟੋਲ ਪਲਾਜ਼ਾ ਤੇ ਜਿਹੜੇ ਬੰਦ ਕਰਤੇ ਸੀਗੇ, ਬਟ ਇਹਨਾਂ ਨੇ ਜਿਹੜੀ ਫਾਸਟੈਗ ਦੀ ਜਿਹੜੀ ਸਰਵਿਸ ਸੀ ਉਹ ਬੰਦ ਨਹੀਂ ਕੀਤੀ ਸੀਗੀ। ਫਿਰ ਜਦੋਂ ਸਾਡਾ ਇੱਕ ਵੀਰ ਜਿਹੜਾ ਗੱਡੀ ਲੈ ਕੇ ਲੰਘਿਆ, ਜਦੋਂ ਉਹਨੇ ਵੇਖਿਆ ਕਿ ਮੈਸੇਜ ਮੇਰਾ ਜਿਹੜਾ ਆ ਗਿਆ ਆ ਫਾਸਟੈਗ ਦੇ ਉੱਤੇ, ਮੇਰਾ ਜਿਹੜੇ ਪੈਸੇ ਕੱਟੇ ਗਏ ਆ, ਫਿਰ ਆਪਾਂ ਸਾਰੇ ਜਿਹੜੇ ਇੱਥੇ ਦੇ ਨੌਜਵਾਨ ਵੀਰ ਸੀਗੇ ਸਾਰੇ ਮਿਲ ਕੇ ਉੱਥੇ ਗਏ ਆ। ਉੱਥੇ ਜਾ ਕੇ ਜਿਹੜੀ ਫਾਸਟੈਗ ਦੀ ਸਰਵਿਸ ਸੀ ਉਹ ਵੀ ਬੰਦ ਕਰਵਾ ਦਿੱਤੀ ਗਈ ਸੀ। ਪ੍ਰਸ਼ਾਸਨ ਵੀ ਉਸ ਟਾਈਮ ਇੱਥੇ ਹਾਜ਼ਰ ਸੀਗਾ, ਤੇ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਵੱਧ ਚੜ ਕੇ ਜਿੰਨੇ ਵੀ ਹੋ ਸਕਦੇ ਆ ਦਿੱਲੀ ਵੱਲ ਨੂੰ ਕੂਚ ਕਰੋ। ਮੈਂ ਬਾਰ-ਬਾਰ ਇਹ ਮੈਸੇਜ ਇਸ ਲਈ ਦੇ ਰਿਹਾ ਹਾਂ ਕਿ ਅੱਜ ਸਾਨੂੰ ਇਕਜੁੱਟ ਹੋਣ ਦੀ ਲੋੜ ਆ। ਤੁਸੀਂ ਵੇਖ ਸਕਦੇ ਹੋ ਕਿ ਗਾਜੀਪੁਰ ਦੇ ਉੱਤੇ ਦੇਖੋ ਕਿੰਨਾ ਠਾਠਾ ਮਾਰਦਾ ਜਿਹੜਾ ਇਕੱਠ ਆ ਉੱਥੇ ਪਹੁੰਚ ਚੁੱਕਿਆ ਆ। 26 ਜਨਵਰੀ ਤੋਂ ਬਾਅਦ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਵੀ ਆਪਣਾ 25 ਜਨਵਰੀ ਨੂੰ 26 ਜਨਵਰੀ ਨੂੰ ਲੱਖਾਂ ਦੇ ਹਿਸਾਬ ਨਾਲ ਪੰਜਾਬ ਤੋਂ ਟਰੈਕਟਰ ਆਇਆ ਜੀ, ਤੇ ਉਸ ਤੋਂ ਬਾਅਦ 26 ਜਨਵਰੀ ਦੀ ਪਰੇਡ ਹੋਣ ਤੋਂ ਬਾਅਦ 27 ਜਨਵਰੀ ਨੂੰ ਉਹ ਟਰੈਕਟਰ ਵਾਪਸ ਵੀ ਗਿਆ ਜੀ। ਤੇ ਕਈ ਲੋਕਾਂ ਦੇ ਮਨ 'ਚ ਐ ਹੋਇਆ ਕਿ ਵੀ ਜਿਹੜੇ ਟਰੈਕਟਰ ਵਾਪਸ ਜਾਣੇ ਕਿ ਵੀ ਸ਼ਾਇਦ ਇਹ ਕਿਸਾਨੀ ਅੰਦੋਲਨ ਖਤਮ ਹੋ ਰਿਹਾ ਵਾ ਜਾਂ ਕੀ ਹੋ ਰਿਹਾ। ਕਈ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਸੀ ਵੀ ਇਹ ਖਤਮ ਹੋ ਰਿਹਾ ਵਾ, ਤੇ ਤੁਸੀਂ ਇਹਦੇ ਬਾਰੇ ਦੱਸੋ। ਤੁਸੀਂ ਬੜਾ ਸੋਹਣਾ ਸਵਾਲ ਪੁੱਛਿਆ। ਇਹ ਸਵਾਲ, ਇਹ ਜਿਹੜਾ ਡਾਊਟ ਸੀਗਾ ਸਾਰਿਆਂ ਦੇ ਮਨਾਂ ਦੇ ਵਿੱਚ ਸੀਗਾ, ਤੇ ਤੁਸੀਂ ਵੇਖ ਸਕਦੇ ਹੋ ਜਿਹੜੇ 4 ਲੱਖ ਸਾਡਾ ਟਰੈਕਟਰ ਜਿਹੜਾ ਇੱਥੋਂ ਗਿਆ ਸੀਗਾ, ਕਹਿੰਦੇ ਜਿੰਨੇ ਸਿਰ ਦੇ ਵਾਲ ਹੁੰਦੇ ਆਪਾਂ ਗਿਣ ਨਹੀਂ ਸਕਦੇ, ਉਹਨੇ ਕੁ ਟਰੈਕਟਰ ਗਏ ਸੀਗੇ। ਆਪਾਂ ਇੱਕ ਅੰਦਾਜ਼ਾ ਦੱਸ ਰਿਹਾ, 4 ਲੱਖ ਦੇ ਕਰੀਬ ਜਿਹੜਾ ਟਰੈਕਟਰ ਸੀ ਉੱਥੇ ਗਿਆ ਸੀ। 10 ਲੱਖ ਦੇ ਜਿਹੜੇ ਨੇੜੇ ਕਿਹੜੇ ਸੀਗਾ ਮੈਕਸਿਮਮ ਜਿਹੜੀ ਆਪਾਂ ਕਹਿ ਰਹੇ ਆ ਪਬਲਿਕ ਜਿਹੜੇ ਕਿਸਾਨ ਵੀਰ ਉੱਥੇ ਗਏ ਸੀ, ਉਹਦੇ ਵਿੱਚ ਲੋਕਲ ਵੀਰ ਵੀ ਸਨ ਸਾਡੇ ਹਰਿਆਣਾ ਤੋਂ, ਪੰਜਾਬ ਤੋਂ, ਯੂਪੀ ਤੋਂ, ਰਾਜਸਥਾਨ ਤੋਂ, ਐਮਪੀ ਤੋਂ, ਜਿਹੜੇ ਵੀ ਪੂਰੇ ਦੇਸ਼ ਦੇ ਜਿਹੜੇ ਲੋਕ ਸੀ ਉੱਥੇ ਪਹੁੰਚੇ ਸੀਗੇ ਉਸ ਪਰੇਡ ਦੇ ਵਿੱਚ। ਕਿਉਂਕਿ ਇਹ ਜਿਹੜੀ ਪਰੇਡ ਸੀ ਇਤਿਹਾਸਕ ਪਰੇਡ ਸੀਗੀ, ਇਹਦੇ ਵਿੱਚ ਹਰ ਕੋਈ ਆਪਣਾ ਹਿੱਸਾ ਪਾਉਣਾ ਚਾਹੁੰਦਾ ਸੀ। ਜਿਹੜੇ ਵੀਰ ਨਾਲ ਸ਼ੁਰੂ ਤੋਂ ਉੱਥੋਂ ਡਟੇ ਹੋਇਆ 26 ਤਰੀਕ ਤੋਂ ਲੈ ਕੇ, ਪਹਿਲੀ ਜਿਹੜੀ 26 ਤੋਂ ਆਪਾਂ ਇੱਥੋਂ ਜਦੋਂ ਕੂਚ ਕੀਤਾ ਸੀ ਦਿੱਲੀ ਵੱਲ ਨੂੰ, ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੇ ਵੀਰ ਉੱਥੇ ਡਟੇ ਹੋਏ ਆ ਟਰੈਲੀਆਂ ਤੇ ਜਾਂ ਆਪਣੀ ਗੱਡੀਆਂ ਦੇ ਉੱਤੇ, ਉਹ ਉਦਾਂ ਹੀ ਡਟੇ ਹੋਏ ਆ। ਜਿਹੜੇ ਥੋੜੇ ਬਹੁਤੇ ਟਰੈਕਟਰ ਸੀਗੇ, ਜਿਹੜੇ ਲੱਖ ਟਰੈਕਟਰ ਜਿਹੜੇ ਸਾਡੇ ਵਾਪਸ ਗਏ ਆ, ਪਰ ਉਹ ਤੋਂ ਜ਼ਿਆਦਾ ਟਰੈਕਟਰ ਉੱਥੇ ਹੀ ਰਹਿ ਗਏ ਆ। ਉੱਥੇ ਹੀ ਉਸੇ ਤਰ੍ਹਾਂ ਆਪਣੀ ਸੇਵਾਵਾਂ ਦੇ ਰਹੇ ਆ, ਉਸੇ ਤਰ੍ਹਾਂ ਆਪਣਾ ਯੋਗਦਾਨ ਦੇ ਰਹੇ ਆ। ਤੇ ਉਸ ਤੋਂ ਬਾਅਦ ਵੇਖਿਆ ਗਿਆ ਦੁਬਾਰਾ ਤੋਂ ਫਿਰ ਜਿਵੇਂ ਕੱਲ ਤੁਸੀਂ ਜੇ ਨਿਊਜ਼ ਵੇਖੀ ਜਾਵੇ, ਇੱਥੋਂ ਦਾ ਨੈੱਟ ਬੰਦ ਹੋ ਗਿਆ, ਆਪਣੇ ਇੱਥੋਂ ਦਾ ਕੱਲ ਦਾ ਨੈੱਟ ਬੰਦ ਹੈ, ਪਰ ਉੱਥੇ ਜਿਹੜਾ ਸਿੰਘੂ ਬਾਰਡਰ ਤੇ ਵੀ, ਗਾਜੀਪੁਰ ਬਾਰਡਰ ਤੇ ਵੀ ਪੁਲਿਸ ਵੱਲੋਂ ਹਮਲਾ ਕੀਤਾ ਗਿਆ, ਦਿੱਲੀ ਪੁਲਿਸ ਵੱਲੋਂ ਵੀ ਇੱਕਦਮ ਹਮਲਾ ਕੀਤਾ ਗਿਆ। ਉੱਥੇ ਉਸ ਜਿਹੜੀ ਸਟੇਜ ਤੇ ਵੀ ਹਮਲਾ ਕੀਤਾ ਗਿਆ ਕਿ ਕਿਸਾਨੀ ਅੰਦੋਲਨ ਨੂੰ ਖਤਮ ਕੀਤਾ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ। ਜੋ ਸਰਕਾਰ ਆਪਣੇ ਛੜਯੰਤਰ ਰਚ ਰਹੀ ਆ, ਉਹਨਾਂ ਦਾ ਇਹੀ ਆ ਮਕਸਦ, ਇਹੀ ਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਕਿਸਾਨੀ ਅੰਦੋਲਨ ਨੂੰ ਖਤਮ ਕੀਤਾ ਜਾਵੇ ਜੀ। ਤੇ ਕੱਲ ਉੱਥੇ ਵੀ ਹਮਲਾ ਹੋਇਆ ਵਾ, ਉਹਦੇ ਬਾਰੇ ਕੀ ਦੱਸਦੇ? ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗਾ ਜੀ ਜਿਹੜਾ ਉੱਥੇ ਹਮਲਾ ਹੋਇਆ ਨਿੰਦਕਯੋਗ ਹੈ, ਕਿਉਂਕਿ ਕਿਸਾਨ ਵੈਰੀ ਪੀਸਫੁਲ ਵੇ ਦੇ ਨਾਲ ਜਿਹੜਾ ਉੱਥੇ ਆਪਣਾ ਅੰਦੋਲਨ ਚਲਾ ਰਹੇ ਆ, ਤੇ ਉਹ ਵੀ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਰਹੇ, ਨਾ ਕਿਸੇ ਨੂੰ ਜਾਨ, ਨਾ ਕਿਸੇ ਦਾ ਮਾਲ, ਨਾ ਕਿਸੇ ਧੀ ਭੈਣ ਦੀ ਇੱਜ਼ਤ ਨੂੰ, ਜਾਂ ਉਹ ਤੇ ਇੱਕ ਰੱਖਿਆ ਦਾ ਤੌਰ ਤੇ ਉੱਥੇ ਕੰਮ ਕਰ ਰਹੇ ਆ। ਜਿਹੜੇ ਸਾਡੇ ਵਲੰਟੀਅਰਸ ਆ, ਉਹਨਾਂ ਉੱਤੇ ਵੀ ਕੱਲ ਜਿਹੜੇ ਬੀਜੇਪੀ ਦੇ ਜਿਹੜੇ ਸਮਰਥਕ ਸੀਗੇ ਉੱਥੇ ਪਹੁੰਚੇ ਆ, ਉਹਨਾਂ ਨੇ ਹਮਲਾ ਕੀਤਾ ਆ। ਇੱਕ ਵੀਰ ਜਿਹੜਾ ਆਪਣਾ, ਉਹਦਾ ਨਾਮ ਸੀ ਰਣਜੀਤ ਸਿੰਘ, ਨਵਾਂ ਸ਼ਹਿਰ ਦਾ ਰਹਿਣ ਵਾਲਾ ਸੀ, ਉਹ ਪੁਲਿਸ ਵੱਲੋਂ ਬੇਰਹਿਮੀ ਨਾਲ ਕੁੱਟਿਆ ਗਿਆ ਆ ਜੀ ਉੱਥੇ। ਤੇ ਉਹਦੇ ਜਿੱਥੋਂ ਤੱਕ ਸੁਣਨ ਨੂੰ ਆਇਆ ਹੈ ਵੀ, ਜਿੱਥੋਂ ਤੱਕ ਸਾਨੂੰ ਪਤਾ ਲੱਗਿਆ ਹੈ, ਉਹ ਜਿਹੜਾ ਵੀਰ ਆ ਦਿੱਲੀ ਥਾਣੇ ਦੇ ਵਿੱਚ ਉਹਨਾਂ ਨੂੰ ਜਿਹੜੀ ਕੈਦ ਕਈ ਉਹਨਾਂ ਨੂੰ ਸੈਕਸ਼ਨ ਲਗਾ ਕੇ ਉਹਨਾਂ ਉੱਤੇ ਮੁਕੱਦਮੇ ਦਰਜ ਕਰ ਦਿੱਤੇ ਗਏ ਹੈ, ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ ਗਿਆ ਹੈ। ਤੇ ਉਸ ਵੀਰ ਨੂੰ ਇੰਨੀ ਬੇਰਹਿਮੀ ਨਾਲ ਕੁੱਟਿਆ ਗਿਆ ਜਿੱਥੋਂ ਸਾਡਾ ਦਿਲ ਨਾ ਜਿਹੜਾ ਵੀ ਦੁਖੀ ਹੋ ਜਾਂਦਾ ਹੈ ਦੇਖ ਕੇ ਵੀ ਕਿ ਆ ਭਾਰਤ ਦੀ ਸਰਕਾਰ ਕਿਸਾਨਾਂ ਨਾਲ, ਸਿੱਖਾਂ ਨਾਲ ਇਦਾਂ ਕਰ ਰਹੀ ਆ, ਇਦਾਂ ਸਲੂਕ ਕਰ ਰਹੀ ਆ। ਇਹ ਬੜਾ ਨਿੰਦਕਯੋਗ ਸਲੂਕ ਸੀਗਾ ਭਾਰਤ ਸਰਕਾਰ ਦਾ। ਤੇ ਜਿਹੜੀ ਕੱਲ ਘਟਨਾ ਹੋਈ, ਇੰਦਰਜੀਤ ਸਿੰਘ ਵੀਰ ਜੀ ਜਿਹੜੇ ਆਪਣੇ ਨਵਾਂ ਸ਼ਹਿਰ ਤੋਂ ਨੇ, ਮੈਂ ਨਾਲ ਦਰਸ਼ਕਾਂ ਨੂੰ ਉਹਨਾਂ ਦੇ ਵਿਜ਼ੂਅਲ ਵੀ ਮੈਂ ਕੋਸ਼ਿਸ਼ ਕਰਦਾ ਕਿ ਨਾਲ ਤੁਹਾਨੂੰ ਵਿਜ਼ੂਅਲ ਵੀ ਉਹਨਾਂ ਦੇ ਦਿਖਣ, ਜਿਹੜਾ ਕੱਲ ਘਟਨਾ ਹੋਈ ਆ। ਤੇ ਉਹਦੇ ਵਿੱਚ ਜੋ ਕੀ ਕਾਰਨ ਹੋਇਆ ਸੀ ਐਸਾ ਕਿ ਜਿਹੜਾ
ਕਿ ਪੁਲਿਸ ਨੇ ਉਹਦੇ ਉੱਤੇ ਇੰਨਾ ਅਤਿਆਚਾਰ ਕੀਤਾ ਜੀ? ਭਾਜੀ ਸਭ ਤੋਂ ਪਹਿਲਾਂ ਜਿੱਥੋਂ ਆਪਾਂ ਵੀਡੀਓ ਹੀ ਦੇਖੀ ਹੈ, ਵੀਡੀਓ ਦੇ ਵਿੱਚ ਸਾਨੂੰ ਸਾਫ਼ ਦਿਖ ਰਿਹਾ ਜਿਹੜੇ ਅੰਦੋਲਨਕਾਰੀ ਸੀ ਨਾ, ਪੁਲਿਸ ਦੇ ਨਾਲ ਮਿਲ ਕੇ ਉਹਨਾਂ ਨੇ ਜਿਹੜਾ ਇਹ ਸਾਡੀ ਮਾਤਾਵਾਂ ਭੈਣਾਂ ਉੱਥੋਂ ਦਿੱਲੀ ਦੇ ਅੰਦੋਲਨ ਦੇ ਵਿੱਚ ਰਹਿ ਰਹੀਆਂ, ਉਹਨਾਂ ਵੱਲ ਨੂੰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਤੇ ਕੋਸ਼ਿਸ਼ ਕੀਤੀ, ਉਹ ਵੀਰ ਨੇ ਉਹਨਾਂ ਨੂੰ ਬਚਾਉਣ ਦੇ ਲਈ ਇੱਕ ਜਿਹੜਾ ਕਿਰਪਾਨ, ਜਿਹੜੀ ਉਹਦੇ ਕੋਲ ਉਸ ਟਾਈਮ ਕਿਰਪਾਨ ਹੀ ਸੀ ਇਕੱਲੀ, ਉਹਦੇ ਕੋਲ ਨਾ ਕੋਈ ਲਾਠੀ ਸੀ ਨਾ ਕੁਛ ਸੀ, ਉਹ ਕਿਰਪਾਨ ਸੀ, ਉਹ ਆਪਣੀ ਰੱਖਿਆ ਕਰਨ ਲਈ, ਭੈਣਾਂ ਦੀ ਰੱਖਿਆ ਕਰਨ ਲਈ ਉਹਨਾਂ ਨੇ ਕਿਰਪਾਨ ਕੱਢੀ ਸੀ। ਬਟ ਕਿਸੇ ਕਾਰਨ ਉਹ ਪੁਲਿਸ ਦੇ ਅੰਡਰ ਉਹਨਾਂ ਨੇ ਲਾਠੀ ਚਾਰਜ ਕੀਤਾ, ਉਹ ਲਾਠੀ ਚਾਰਜ ਪੁਲਿਸ ਦੇ ਕਾਬੂ ਦੇ ਵਿੱਚ ਆ ਗਿਆ। ਪੁਲਿਸ ਨੇ ਬੇਰਹਿਮੀ ਨਾਲ ਉਹਨੂੰ ਕੁੱਟਿਆ। ਉਹ ਵੀਰ ਜਦ ਤੱਕ ਉਹਨੂੰ ਕੁੱਟਦੇ ਰਹੇ, ਉਹ ਪਾਣੀ ਮੰਗਦਾ ਰਿਹਾ ਕਿ ਮੈਨੂੰ ਸਾਹ ਨਹੀਂ ਆਉਂਦਾ। ਤੁਸੀਂ ਇੱਕ ਫੋਟੋ ਵੀ ਵੇਖ ਸਕਦੇ ਹੋ, ਉਹ ਫੋਟੋ ਦੇ ਵਿੱਚ ਉਹਨਾਂ ਨੇ ਕੀ ਕੀਤਾ ਆ, ਉਹਨੂੰ ਜੁੱਤਿਆਂ ਦੇ ਨਾਲ ਉਹਦੇ ਮੂੰਹ ਦੇ ਉੱਤੇ ਜੁੱਤੇ ਰੱਖ ਕੇ ਉਹਨੂੰ ਕੁੱਟਿਆ ਆ। ਉਹਦੇ ਸਰੀਰ ਦੇ ਜਿਹੜੇ ਕੱਪੜੇ ਆ ਤਾਰ ਦਿੱਤੇ। ਕੋਲੇ ਕਸ਼ਹਿਰੇ ਦੇ ਵਿੱਚ ਸੀਗਾ, ਉਹਨੂੰ ਚੰਗੀ ਪੂਰੀ ਤਰ੍ਹਾਂ ਕੁੱਟਿਆ ਗਿਆ, ਬੁਰੀ ਤਰ੍ਹਾਂ ਜਿਹਨੂੰ ਕਹਿ ਸਕਦੇ ਆਪਾਂ। ਇਹ ਨਾ ਆਪਾਂ ਸਿਰਫ ਫਿਲਮਾਂ ਦੇ ਵਿੱਚ ਵੇਖਦੇ ਸੀਗੇ, ਇਹ ਚੀਜ਼ਾਂ ਆਪਾਂ ਅੱਜ ਆਪਣੀ ਅੱਖੀ ਦੇਖ ਲਈਆਂ ਆ। ਦੇਖ ਰਹੇ ਆ, ਸਹੀ ਗੱਲ। ਤੇ ਜਿਵੇਂ ਹੁਣ ਤੁਸੀਂ ਹਰਿਆਣਾ ਤੋਂ, ਤੇ ਮੈਂ ਹਰਿਆਣਾ ਤੋਂ ਆ, ਆਪਾਂ ਇੱਥੇ ਭਾਰਤ 'ਚ ਰਹਿੰਦੇ ਆ, ਆਪਾਂ ਦੇਖਿਆ ਕਿ ਹੁਣ ਤੱਕ ਕਈ ਅੰਦੋਲਨ ਹੋਏ ਨੇ ਜੀ, ਹਨਾ। ਅੱਜ ਕਿਸਾਨੀ ਅੰਦੋਲਨ ਚੱਲ ਰਿਹਾ, ਲੇਕਿਨ ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੇ ਅੰਦੋਲਨ ਹੋਏ ਨੇ, ਕਈ ਤਰ੍ਹਾਂ ਦੇ ਪ੍ਰੋਟੈਸਟ ਹੋਏ ਨੇ ਹਨਾ। ਤੇ ਉਹਦੇ ਵਿੱਚ ਲਾਸਟ ਟਾਈਮ ਵੀ ਇੱਕ ਅੰਦੋਲਨ ਹੋਇਆ ਸੀਗਾ, ਪ੍ਰੋਟੈਸਟ ਹੋਇਆ ਸੀ ਆਪਣੇ ਇੱਥੇ ਹੀ ਜੀ ਹਰਿਆਣਾ 'ਚ, ਤੇ ਸ਼ੋਰੂਮ ਸਾੜ ਦਿੱਤੇ ਗਏ ਸੀ, ਠੀਕ ਹੈ, ਦੁਕਾਨਾਂ ਲੁੱਟੀਆਂ ਗਈਆਂ ਸੀਗੀਆਂ, ਤੇ ਹਾਈਵੇ ਤੇ ਵੀ ਗੱਡੀਆਂ ਦਾ ਵੀ ਬਹੁਤ ਨੁਕਸਾਨ ਹੋਇਆ ਸੀ, ਲੋਕਾਂ ਦਾ ਵੀ ਬਹੁਤ ਨੁਕਸਾਨ ਹੋਇਆ ਸੀ। ਉਸ ਅੰਦੋਲਨ ਨੂੰ ਤੇ ਇਸ ਜਿਹੜਾ ਕਿਸਾਨੀ ਸੰਘਰਸ਼, ਜਿਹੜਾ ਕਿਸਾਨੀ ਅੰਦੋਲਨ ਹੈ, ਕਿਸਾਨ ਮਜ਼ਦੂਰ ਏਕਤਾ ਜਿਹੜਾ ਅੰਦੋਲਨ ਚੱਲ ਰਿਹਾ, ਤੇ ਇਹਦੇ ਵਿੱਚ ਨਾ ਹੀ ਕਿਸੇ ਦਾ ਕੋਈ ਜਾਨ ਮਾਲ ਦੀ ਨੁਕਸਾਨ ਹੋਇਆ, ਨਾ ਹੀ ਕਿਸੇ ਦੀ ਕਿਤੇ ਕੋਈ ਅੱਗਾਂ ਲੱਗੀਆਂ ਨੇ, ਨਾ ਹੀ ਕਿਸੇ ਦੇ ਗੱਡੀਆਂ ਦਾ ਨੁਕਸਾਨ ਹੋਇਆ। ਨਹੀਂ ਤੇ ਇਹ ਆਪਾਂ ਦੇਖਦੇ ਸੀ ਨਿਊਜ਼ ਦੇ ਵਿੱਚ, ਤੇ ਹਰ ਜਗ੍ਹਾ ਆਗਜਨੀ, ਕਿਤੇ ਕੁਛ ਸੜ ਰਿਹਾ, ਕਿਤੇ ਕੁਛ ਸੜ ਰਿਹਾ, ਤੇ ਇਹਦੇ ਵਿੱਚ ਕਿਤੇ ਵੀ ਕੁਛ ਨਹੀਂ ਹੈ। ਫਿਰ ਵੀ ਗਵਰਨਮੈਂਟ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਇਹ ਜਦੋਂ ਪੀਸਫੁਲੀ ਇੱਕ ਬੜੇ ਹੀ ਪਿਆਰ ਨਾਲ, ਆਰਾਮ ਨਾਲ ਤਰੀਕੇ ਨਾਲ ਇਹ ਪ੍ਰੋਟੈਸਟ ਕਰ ਰਹੇ ਨੇ ਕਿਸਾਨ, ਤੇ ਇਹਨਾਂ ਦਾ ਸਾਥ ਦੇਣ ਦੀ ਬਜਾਏ ਉਹ ਕਿਸਾਨਾਂ ਦੇ ਉੱਤੇ ਫਿਰ ਵੀ ਅਤਿਆਚਾਰ ਕਰ ਰਹੀ ਆ ਗਵਰਨਮੈਂਟ, ਔਰ ਹਰ ਸੰਭਵ ਕੋਸ਼ਿਸ਼ ਕਰ ਰਹੀ ਆ ਕਿ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਬੰਦ ਹੋ ਜਾਵੇ ਜੀ। ਜਿਹੜਾ ਜਾਟ ਅੰਦੋਲਨ ਹੋਇਆ ਸੀ ਨਾ ਉਦੋਂ, ਉਹ ਵੀ ਬੜੀ ਪੀਸਫੁਲ ਵੇ ਦੇ ਨਾਲ ਹੋ ਰਿਹਾ ਸੀ। ਬਟ ਜਿਹੜੇ ਉਹ ਉਸ ਚੀਜ਼ ਦਾ ਜਿਹੜਾ ਸਮਰਥਨ ਨਹੀਂ ਕਰਦੇ ਸਨ ਨਾ, ਉਸ ਟਾਈਮ ਦੀ ਜਿਹੜੀ ਸਰਕਾਰ ਸੀਗਾ ਉਹ ਸਮਰਥਨ ਨਹੀਂ ਕਰਦੀ ਸੀ। ਉਹਨਾਂ ਨੇ ਆਪਣੇ ਬੰਦੇ, ਜਿਹੜੇ ਏਜੰਸੀਆਂ ਦੇ ਬੰਦੇ ਵਿੱਚ ਲਾ ਕੇ ਇਹ ਸਾਰੇ ਕਾਂਡ ਕਰਵਾਏ ਸਨ ਉਦੋਂ। ਇਹ ਸਾਨੂੰ ਸਾਰਿਆਂ ਨੂੰ ਪਤਾ ਆ, ਬੇਖੂਬੀ ਪਤਾ ਆ। ਜਿਹੜਾ ਇਹ ਪੀਸਫੁਲ ਜਿਹੜਾ ਸਾਡਾ ਅੰਦੋਲਨ ਚੱਲ ਰਿਹਾ, ਤੇ ਇਹ ਬੜੀ ਪੀਸਫੁਲ ਵੇ ਦੇ ਨਾਲ ਚੱਲ ਰਿਹਾ, ਵਰਲਡ ਵਾਈਡ ਚੱਲ ਰਿਹਾ। ਹਰ ਦੁਨੀਆ ਦੀ ਨਜ਼ਰ, ਹਰ ਇੱਕ ਗਵਰਨਮੈਂਟ ਲੀਡਰ ਦੀ ਨਜ਼ਰ ਇਹਦੇ ਉੱਤੇ ਆ ਕਿ ਇੰਨਾ ਪੀਸਫੁਲ ਜਿਹੜਾ ਸਾਡਾ ਅੰਦੋਲਨ ਚੱਲ ਰਿਹਾ ਹੈ, ਕਿੱਦਾਂ ਚੱਲ ਰਿਹਾ ਹੈ। ਇੰਨੀ ਭਾਰੀ ਸੰਖਿਆ ਦੇ ਵਿੱਚ ਜਿਹੜੀ ਜਨਤਾ ਇੱਥੇ ਪਹੁੰਚੀ ਹੋਈ ਹੈ, ਕਿੱਦਾਂ ਇੰਨਾ ਪੀਸਫੁਲ ਜਿਹੜਾ ਅੰਦੋਲਨ ਚੱਲ ਰਿਹਾ। ਭਾਰਤ ਦੀ ਸਰਕਾਰ ਇਸੇ ਕਰਕੇ ਹੀ ਡਰੀ ਪਈ ਆ। ਉਹ ਚਾਹੁੰਦੀ ਆ ਜੇਕਰ ਇਹ ਅੰਦੋਲਨ ਆਪਾਂ ਰੱਦ ਨਾ ਕੀਤਾ, ਇਹ ਖਤਮ ਨਾ ਕੀਤਾ, ਤੇ ਸਾਡੀ ਜਿਹੜੀ ਜੜ੍ਹਾਂ ਹਿੱਲ ਚੁੱਕੀਆਂ ਨੇ। ਤੇ ਅੱਗੇ ਵੀ ਉਹਨਾਂ ਦੀ ਸਰਕਾਰ, ਉਹਨਾਂ ਨੂੰ ਆਪਣੀ ਸਰਕਾਰ ਦਾ ਡਰ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ 2022 ਦੇ ਵਿੱਚ ਜਿਹੜੇ ਸਾਡੇ ਇਲੈਕਸ਼ਨ ਹੋਣੇ ਆ, ਉਹਨਾਂ ਨੂੰ ਆਪਣੀ ਸਰਕਾਰ ਡਿੱਗਣ ਦਾ ਡਰ ਆ। ਇਸ ਕਰਕੇ ਉਹ ਇਹ ਅੰਦੋਲਨ ਨੂੰ ਖਤਮ ਕਰਨਾ ਚਾਹੁੰਦੇ ਆ। ਜਿੱਥੋਂ ਤੱਕ ਕਿ ਮੇਰੀ ਨੌਲੇਜ ਕੰਮ ਕਰਦੀ ਆ, ਆਜ਼ਾਦੀ ਤੋਂ ਬਾਅਦ ਮੈਂ ਹੁਣ ਇੱਡਾ ਵੱਡਾ ਇੱਕ ਅੰਦੋਲਨ ਵੇਖਿਆ ਹੈ ਜਿਹਦੇ ਵਿੱਚ ਭਾਰਤ ਤੋਂ ਤਾਂ ਠੀਕ ਹੈ, ਭਾਰਤ ਤੋਂ ਬਾਹਰ ਵੀ ਜਿਹੜੀ ਆਪਣੀਆਂ ਸੰਗਤਾਂ ਅਮਰੀਕਾ, ਕੈਨੇਡਾ ਜਾਂ ਇੰਗਲੈਂਡ ਜਾਂ ਆਸਟ੍ਰੇਲੀਆ, ਕਿਤੇ ਵੀ ਦੁਨੀਆ ਦੇ ਕਿਸੇ ਵੀ ਕੋਨੇ ਤੇ ਰਹਿ ਰਹੀਆਂ, ਤੇ ਆਪਣਾ ਜਿੰਨਾ ਉਹਨਾਂ ਤੋਂ ਹੋ ਸਕਦਾ ਉਹਨਾਂ ਉਹ ਸਾਥ ਦੇਣ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਉਹਨਾਂ ਹੀ ਉਹ ਸਾਥ ਦੇ ਰਹੇ ਨੇ ਜੀ। ਤੇ ਅਸੀਂ ਲੋਕਾਂ ਅੱਗੇ ਇਹੀ ਅਪੀਲ ਕਰਾਂਗੇ ਕਿ ਵੱਧ ਤੋਂ ਵੱਧ ਸਾਥ ਦਿਵੋ, ਚਾਹੇ ਤੁਸੀਂ ਬਾਹਰਲੇ ਦੇਸ਼ਾਂ 'ਚ ਬੈਠੇ ਜੇ, ਚਾਹੇ ਤੁਸੀਂ ਇੰਡੀਆ 'ਚ ਜੇ, ਜਾਂ ਪੰਜਾਬ ਤੋਂ ਜਾਂ ਹਰਿਆਣੇ ਤੋਂ ਜਾਂ ਕਿਤੇ ਵੀ ਹੋ, ਵੱਧ ਚੜ ਕੇ ਆਪਣਾ ਸਾਥ ਦੇਣ। ਤੇ ਕੱਲ ਸੰਗਤ ਬਹੁਤ ਘੱਟ ਸੀਗੀ, ਕੱਲ ਵੀ ਪਰਸੋਂ ਵੀ, ਤੇ ਫਿਰ ਜਦੋਂ ਇੱਥੇ ਜਿਹੜਾ ਇੱਥੇ ਮਾਹੌਲ ਖਰਾਬ ਹੋਇਆ ਵਾ, ਉਸ ਖਰਾਬ ਹੋਣ ਤੋਂ ਬਾਅਦ ਜਿਵੇਂ ਇੱਥੇ ਪੁਲਿਸ ਆਈ ਸੀ, ਤੇ ਉਸ ਤੋਂ ਬਾਅਦ ਅੱਜ ਕਿੰਨਾ ਕੁ ਤੁਸੀਂ ਵੇਖਦੇ ਜੇ ਕਿ ਸੰਗਤ ਦੇ ਵਿੱਚ ਫਰਕ ਪਿਆ ਇੱਥੇ? ਭਾਜੀ ਜਦੋਂ 26 ਤਰੀਕ ਤੋਂ ਬਾਅਦ 27 ਤਰੀਕ ਥੋੜੀ ਸੰਗਤ ਘੱਟੀ ਸੀਗੀ, ਉਹਨਾਂ ਦੇ ਮਨ ਦੇ ਵਿੱਚ ਨਾ ਡਰ ਬਹਿ ਗਿਆ ਸੀਗਾ, ਕਿਉਂਕਿ ਜਿਹੜੀ ਸਾਡੀ ਨੈਸ਼ਨਲ ਮੀਡੀਆ ਨੂੰ ਇਦਾਂ ਦਾ ਹੀ ਪ੍ਰਚਾਰ ਕਰ ਰਹੀ ਆ ਕਿ ਹੁਣ ਹਰ ਇੱਕ ਦੀ ਮਾਤਾਵਾਂ ਭੈਣਾਂ ਦੇ ਵਿੱਚ ਡਰ ਭਰਨ ਦੀ ਕੋਸ਼ਿਸ਼ ਕਰ ਰਹੇ ਆ। ਹਰ ਇੱਕ ਦੀ ਮਾਤਾ ਭੈਣ ਇਹੀ ਚਾਹੁੰਦੀ ਸੀ ਕਿ ਦਿੱਲੀ ਦੇ ਵਿੱਚ ਕੋਈ ਐਸਾ ਜਿਹੜਾ ਸਰਕਾਰ ਵੱਲੋਂ ਐਸਾ ਆਰਡਰ ਨਾ ਦੇ ਦਿੱਤਾ ਜਾਵੇ ਤਾਂ ਕਿ ਕੋਈ ਜਿਸ ਨਾਲ ਜਾਨ ਮਾਲ ਦੀ ਜਿਹੜੀ ਆ ਹਾਨੀ ਨਾ ਹੋ ਜਾਵੇ। ਇਹ ਤੋਂ ਡਰਦੇ ਹੋਏ ਨਾ ਥੋੜੇ ਜਿਹੇ ਮੇਰੇ ਜਿਹੜੇ ਵੀਰ ਸੀਗੇ ਉਹ ਘਰਾਂ ਨੂੰ ਬਹਿ ਗਏ ਸੀ, ਕਿਉਂਕਿ ਸਾਡੀ ਨੈਸ਼ਨਲ ਮੀਡੀਆ ਵੱਲੋਂ ਇਦਾਂ ਦੀ ਚੀਜ਼ਾਂ ਵਿਖਾਈਆਂ ਜਾ ਰਹੀਆਂ ਸੀ। ਬਟ ਕੱਲ ਦੇ ਉੱਤੇ ਜਿਹੜਾ ਆਪਣੇ ਰਾਜੇਵਾਲ ਸਾਹਿਬ ਦਾ ਬਿਆਨ ਆਇਆ ਆ, ਉਧਰੋਂ ਆਪਣਾ ਰਕੇਸ਼ ਡਕੈਤ ਜੀ ਦਾ ਬਿਆਨ ਆਇਆ, ਸਾਰੀ ਸੰਗਤ ਨੇ ਜਦੋਂ ਅਥਰੂ ਵੇਖੇ, ਉਹਨਾਂ ਦੇ ਅਥਰੂ ਕੱਲੇ ਉਹਨਾਂ ਦੇ ਅਥਰੂ ਨਹੀਂ ਸੀ, ਪੂਰੇ ਭਾਰਤ ਦੇ ਅਥਰੂ ਸੀਗੇ ਉਹ।
ਸਾਡਾ ਘਰ ਬਹਿ ਕੇ ਹੀ ਸਾਨੂੰ ਰੋਣਾ ਆ ਗਿਆ ਸੀਗਾ ਉਹ ਚੀਜ਼ ਵੇਖ ਕੇ ਕਿ ਲੈ ਵੀ ਇੱਕ ਸਾਡਾ ਲੀਡਰ ਇੰਨੇ ਦਿਲੋਂ ਤਨ ਮਨ ਤੋਂ ਜੁੜ ਕੇ ਸਾਰਿਆਂ ਲਈ ਇੰਨਾ ਕੁਝ ਕਰ ਰਿਹਾ ਕਿ ਉਹ ਨਹੀਂ ਸਾਨੂੰ ਉੱਥੇ ਜਾਣਾ ਚਾਹੀਦਾ। ਉਹਦੀ ਇੱਕ ਵੀਡੀਓ ਜਿਹੜਾ ਉਹਨਾਂ ਨੇ ਆਪਣਾ ਇੱਕ ਭਾਸ਼ਣ ਦਿੱਤਾ ਸੀ, ਉਹਨਾਂ ਦੇ ਭਾਸ਼ਣ ਤੋਂ ਰਿਲੇਟਿਡ ਸਾਡੀ ਜਿਹੜੀ ਭਾਰਤ ਫਿਰ ਜਾਗਿਆ, ਫਿਰ ਉਹ ਦਿੱਲੀ ਵੱਲ ਨੂੰ ਕੂਚ ਕਰਨ ਲੱਗ ਗਿਆ। ਕੱਲ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਚਾਹੁੰਦਾ, ਕੱਲ ਸਾਡੇ ਵੀਰ ਜਿਹੜੇ ਦਿੱਲੀ ਤੋਂ ਆ ਰਹੇ ਸੀ ਨਾ, ਉਹਨਾਂ ਨੇ ਪਹਿਲੇ ਵੇਖਿਆ ਕਿ ਇੱਥੇ ਜਿਹੜੀ ਪੁਲਿਸ ਪ੍ਰਸ਼ਾਸਨ ਇੰਨਾ ਜੁੜਿਆ ਹੋਇਆ, ਕੀ ਗੱਲ ਹੋ ਗਈ। ਉਹਨਾਂ ਨੂੰ ਆਪਾਂ ਸਾਰਾ ਕੁਝ ਦੱਸਿਆ ਤੇ ਉਹਨਾਂ ਨੂੰ ਕੁਝ ਵੀਡੀਓ ਵਿਖਾਈਆਂ, ਕਿਉਂਕਿ ਇੰਟਰਨੈਟ ਸੇਵਾ ਜਿਹੜੀ ਦਿੱਲੀ ਦੇ ਵਿੱਚ ਆ ਕੁਝ ਦਿਨਾਂ ਤੋਂ ਬੰਦ ਆ, 26 ਤਰੀਕ ਤੋਂ ਲੈ ਕੇ ਹੁਣ ਬੰਦ ਆ ਸਿੰਘੂ ਬਾਰਡਰ ਦੇ ਉੱਤੇ। ਸੋ ਵੀਰਾਂ ਨੇ ਜਦ ਵੇਖਿਆ, ਪਹਿਲਾਂ ਤਾਂ ਉਹਨਾਂ ਨੇ ਸਾਡਾ ਸਾਥ ਇੱਥੇ ਦਿੱਤਾ, ਲੰਗਰ ਚਲਵਾਉਣ ਦੇ ਵਿੱਚ ਸਾਥ ਦਿੱਤਾ, ਟੋਲ ਪਲਾਜ਼ਾ ਜਿਹੜੇ ਚੱਲ ਪਏ ਸੀ ਉਹਨਾਂ ਨੂੰ ਬੰਦ ਕਰਾਉਣ ਦੇ ਵਿੱਚ ਉਹਨਾਂ ਨੇ ਸਾਥ ਦਿੱਤਾ। ਉਹ ਫਿਰ ਇੱਥੋਂ ਸਾਥ ਦੇਣ ਤੇ ਮਗਰੋਂ ਹੀ ਉਹ ਵਾਪਸ ਦਿੱਲੀ ਵੱਲ ਨੂੰ ਦੁਬਾਰਾ ਫਿਰ ਕੂਚ ਕਰ ਗਏ। ਇਹ ਬੜੀ ਸੋਹਣੀ ਇੱਕ ਮੈਸੇਜ ਸੀਗਾ ਉਹਨਾਂ ਵੀਰਾਂ ਦਾ ਕਿ ਜਦੋਂ ਸਾਨੂੰ ਆਪਣੀ ਪੰਜਾਬੀਅਤ ਦਾ, ਆਪਣੀ ਕਿਸਾਨੀ ਦੇ ਲਈ ਪੂਰੇ ਭਾਰਤ ਨੂੰ ਜਿਹੜੀ ਸਾਨੂੰ ਲੋੜ ਪਏਗੀ ਤੇ ਉਹ ਵੀਰ ਸਾਡੇ ਇੱਥੋਂ ਹੀ ਮੁੜ ਗਏ। ਇਹ ਬੜਾ ਸੋਹਣਾ ਮੈਸੇਜ ਉਹਨਾਂ ਨੇ ਦਿੱਤਾ ਆ। ਤੇ ਜਿਹੜੀ ਤੁਸੀਂ ਵੇਖ ਸਕਦੇ ਹੋ 90% ਜਿਹੜੀ ਕੁਰਬਾਨੀ ਆ ਸਾਡੇ ਸਿੱਖ ਭਰਾਵਾਂ ਨੇ ਦਿੱਤੀ ਆ, ਭਾਵੇਂ ਉਹ ਕਾਲੇ ਪਾਣੀ ਦੀ ਸਜ਼ਾ ਹੋਵੇ, ਕਿਸੇ ਪ੍ਰਕਾਰ ਦੀ ਸਜ਼ਾ ਹੋਵੇ, ਸਭ ਤੋਂ ਅੱਗੇ ਪੰਜਾਬੀ ਰਹੇ ਆ। ਇਸ ਕਰਕੇ ਇਹ ਪੰਜਾਬ ਨੇ ਜਿਹੜੀ ਲਹਿਰ ਚੱਕੀ ਸੀ, ਅੱਜ ਪੂਰੇ ਦੇਸ਼ ਦਾ ਅੰਦੋਲਨ ਬਣ ਚੁੱਕਿਆ ਆ। ਸੋ ਮੈਂ ਸਾਰੇ ਵੀਰਾਂ ਨੂੰ ਦੁਬਾਰਾ ਤੋਂ ਫੇਰ ਇਹ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਦਿੱਲੀ ਵੱਲ ਨੂੰ ਕੂਚ ਕਰੋ। ਅੱਜ ਸਾਨੂੰ ਇਕਜੁੱਟ ਹੋਣ ਦਾ ਟਾਈਮ ਆ, ਇਕਜੁੱਟ ਹੋ ਕੇ ਰਹੀਏ, ਦਿੱਲੀ ਵੱਲ ਨੂੰ ਕੂਚ ਕਰੀਏ ਤੇ ਇਹ ਜਿਹੜੇ ਕਾਲੇ 3 ਕਾਨੂੰਨ ਸਰਕਾਰ ਦੁਆਰਾ ਬਣਾਏ ਗਏ ਆ ਉਹਨਾਂ ਨੂੰ ਰੱਦ ਕਰਵਾਈਏ ਤੇ ਆਪਣੇ ਘਰਾਂ ਨੂੰ ਖੁਸ਼ੀ-ਖੁਸ਼ੀ ਪਰਤੀਏ। ਪਹਿਲਾਂ ਤਾਂ ਮੈਂ ਕਹਾਂਗਾ ਜਿਹੜੀ ਉਹ ਵੀਰਾਂ ਨੇ ਹਰਕਤ ਕੀਤੀ ਆ ਬੜੀ ਨਿੰਦਕਯੋਗ ਆ, ਕਿਉਂਕਿ ਉਹ ਕੇਸਰੀ ਨਿਸ਼ਾਨ ਕੱਲਾ ਇੱਕ ਕੇਸਰੀ ਨਿਸ਼ਾਨ ਨਹੀਂਗਾ, ਉਹ ਸਾਨੂੰ ਬਲਿਦਾਨ ਨਾਲ ਗੁਰੂ ਗੋਬਿੰਦ ਸਿੰਘ ਜੀ ਆਪਣਾ ਸਰਬੰਸ ਵਾਰ ਕੇ ਉਹ ਨਿਸ਼ਾਨ ਸਾਨੂੰ ਦਿੱਤਾ ਆ। ਉਹ ਚੜ੍ਹਦੀ ਕਲਾ ਦਾ ਪ੍ਰਤੀਕ ਆ। ਜਿਹੜੇ ਵੀਰ ਉਹਨੂੰ ਖਾਲਿਸਤਾਨ ਦਾ ਝੰਡਾ ਕਹਿੰਦੇ ਆ ਨਾ, ਉਹ ਖਾਲਿਸਤਾਨ ਦਾ ਨਿਸ਼ਾਨ ਨਹੀਂਗਾ, ਉਹ ਇੱਕ ਖਾਲਸੇ ਦਾ ਪ੍ਰਤੀਕ ਆ। ਉਹ ਖਾਲਸਾ ਹਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਉਹ ਨਿਸ਼ਾਨ ਸਾਹਿਬ, ਫੌਜ ਦੇ ਵਿੱਚ ਜਿਹੜੇ ਆਪਾਂ ਦੇਖੋ ਕਾਰਗਿਲ ਦੀ ਲੜਾਈ ਹੋਈ, ਸਿੱਖ ਰੈਜੀਮੈਂਟ ਜਿਹੜਾ ਜਿੱਦੇ ਵੀ ਆਪਾਂ ਮਹਾਰਾਜ ਦਾ ਸਰੂਪ ਲੈ ਕੇ ਜਾਂਦੇ ਆ ਸਿੱਖ ਰੈਜੀਮੈਂਟ ਦੇ ਵਿੱਚ, ਉਹ ਪਹਿਲਾਂ ਮਹਾਰਾਜ ਦੇ ਨਿਸ਼ਾਨ ਸਾਹਿਬ ਆ ਜਿਹੜੇ ਉਹ ਲਗਾਏ ਜਾਂਦੇ ਆ। ਉਹ ਪਤਾ ਲੱਗ ਜਾਂਦਾ ਵੀ ਇਹ ਮਹਾਰਾਜ ਸਾਹਿਬ ਚੜ੍ਹਦੀ ਕਲਾ ਜਾ ਰਹੇ ਆ। ਸੋ ਜਿਹੜੇ ਵੀਰਾਂ ਨੇ ਉੱਥੇ ਜਾ ਕੇ ਕੱਲ ਹਰਕਤ ਕੀਤੀ ਉਹ ਨਿੰਦਕਯੋਗ ਆ। ਮੈਂ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਸਾਰੇ ਜਿਹੜੇ ਵੀਰੋ ਵੀਡੀਓ ਦੇਖ ਰਹੇ ਆ ਨਾ, ਉਸ ਮੁੱਦੇ ਦੇ ਉੱਤੇ ਨੂੰ ਛੱਡ ਕੇ ਹੁਣ ਕਿਸਾਨੀ ਅੰਦੋਲਨ ਵੱਲ ਨੂੰ ਵਧੋ, ਕਿਉਂਕਿ ਸਾਨੂੰ ਬਾਰ-ਬਾਰ ਮੈਸੇਜ ਆ ਰਹੇ ਆ, ਭਾਜੀ ਕੀ ਹੋ ਗਿਆ ਉੱਥੇ, ਭਾਜੀ ਕਿੱਦਾਂ ਗੱਲ ਹੋ ਗਈ। ਕਿਉਂਕਿ ਇੰਟਰਨੈਟ ਸੇਵਾ ਜਿਹੜੀ ਅੱਜ 5 ਵਜੇ ਤੱਕ ਜਿਹੜੀ ਸਰਕਾਰ ਨੇ ਬੰਦ ਕੀਤੀ ਹੋਈ ਆ, 5 ਵਜੇ ਤੋਂ ਬਾਅਦ ਇੰਟਰਨੈਟ ਸੇਵਾ ਚੱਲੇਗੀ। ਮੈਂ ਸਰਕਾਰ ਨੂੰ ਵੀ ਤੇ ਆਪਣੇ ਵੀਰਾਂ ਨੂੰ ਵੀ ਇਹੀ ਬੇਨਤੀ ਕਰਦਾ, ਵੀਰੋ ਤੁਸੀਂ ਆਪਣਾ ਜਿਹੜਾ ਅੰਦੋਲਨ ਆ ਵੈਰੀ ਪੀਸਫੁਲ ਵੇ ਦੇ ਨਾਲ ਅੱਗੇ ਵਧਾਓ ਤੇ ਇਸ ਕਰਕੇ ਹੀ ਆਪਾਂ ਜਿੱਤ ਪਾਵਾਂਗੇ। ਅਗਰ ਆਪਾਂ ਸਰਕਾਰ ਵਰਗੇ ਹੋ ਗਏ ਨਾ, ਜਿੱਦਾਂ ਸਰਕਾਰ ਸਾਡੇ ਤੇ ਲਾਠੀ ਚਾਰਜ ਕਰ ਰਹੀ ਆ, ਆਪਾਂ ਉਹਦਾ ਪੁੱਠਾ ਜਵਾਬ ਦੇਵਾਂਗੇ ਉਹਨਾਂ ਨੂੰ, ਤਾਂ ਇਹ ਸੰਘਰਸ਼ ਸਾਡਾ ਜਿਹੜਾ ਆ, ਇਹ ਅੰਦੋਲਨ ਖਰਾਬ ਹੋ ਜਾਊਗਾ। ਆਪਾਂ ਜਿੱਤ ਕੇ ਵਾਪਸ ਨਹੀਂ ਆ ਸਕਦੇ। ਸਾਡੀ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਸਾਨੂੰ ਥੂ ਕਰਨਗੀਆਂ ਵੀ ਤੁਸੀਂ ਇੰਨਾ ਅੰਦੋਲਨ ਚਲਾ ਕੇ ਤੇ ਤੁਸੀਂ ਹਾਰ ਕੇ ਆ ਗਏ। ਤੇ ਆਪਾਂ ਵੀਰ ਜੀ ਥੋੜਾ ਜਿਹਾ ਸਮੇਂ ਦੇ ਨਾਲ ਵੀ ਚੱਲਣਾ ਹੈ ਤੇ ਮੌਕਾ ਮਿਲਿਆ ਆਪਾਂ ਦੁਬਾਰਾ ਫਿਰ ਤੋਂ ਆਪਣੇ ਇਸ ਬਾਰੇ ਗੱਲ ਕਰਾਂਗੇ ਤੇ ਸੰਗਤਾਂ ਨੂੰ ਜਾਣੂ ਕਰਵਾਵਾਂਗੇ। ਬਾਕੀ ਇੱਥੇ ਜਿੰਨਾ ਚਿਰ ਹੁਣ ਨੈੱਟ ਨਹੀਂ ਚੱਲ ਰਿਹਾ, ਆਪਾਂ ਨੂੰ ਸਾਨੂੰ ਵੀ ਹੁਣ ਇਸ ਵਕਤ ਅਸੀਂ ਜਿਹੜੇ ਉੱਥੇ ਸਾਡੇ ਵੀਰ ਨੇ ਉਹਨਾਂ ਨੂੰ ਫੋਨ ਕਰਕੇ ਪਤਾ ਕਰਦੇ ਪਏ ਆ, ਕਾਲ ਕਰਕੇ ਪੁੱਛਦੇ ਪਏ ਆ ਕਿ ਹਾਂ ਉੱਥੇ ਕੀ ਮਾਹੌਲ ਆ। ਤੇ ਸੋਸ਼ਲ ਮੀਡੀਆ ਨੈੱਟ ਬੰਦ ਹੋਣ ਕਰਕੇ ਸੋਸ਼ਲ ਮੀਡੀਆ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਪਡੇਟ ਨਹੀਂ ਆ ਪਾ ਰਹੀ, ਨਾ ਹੀ ਕਿਸਾਨ ਏਕਤਾ ਮੋਰਚੇ ਤੋਂ, ਨਾ ਹੀ ਉੱਥੋਂ ਕਿਸੇ ਹੋਰ ਸੰਗਤ ਵੱਲੋਂ। ਤੇ ਕੋਸ਼ਿਸ਼ ਹੈ ਕਿ ਛੇਤੀ ਨੈੱਟ ਇੱਥੇ ਸ਼ੁਰੂ ਹੋਵੇ ਤੇ ਆਪਾਂ ਨੂੰ ਲੋਕਾਂ ਨੂੰ ਪਤਾ ਲੱਗ ਸਕੇ ਕਿ ਕੀ ਹੋ ਰਿਹਾ।